हाँ जी, सत श्रीकाल जी सारिਆਂ ਨੂੰ। हाँ जी बच्चों, जिस तरह ਤੁਹਾਨੂੰ पता है कि अपना ਹੁਣ ਜਿਹੜਾ अप्रैल मई ਦਾ ਸਿਲੇਬਸ ਸੀਗਾ ਉਹ ਖਤਮ ਹੋ ਚੁੱਕਾ ਹੈ ਤੇ ਹੁਣ ਸਾਡੇ ਕੋਲ ਹੋ ਰਿਹਾ ਜੁਲਾਈ ਪ੍ਰੀਖਿਆ, ਜਿਸ ਵਿੱਚ ਹੋ ਗਿਆ ਸਾਡੇ 20 ਮਾਰਕਸ ਦਾ ਜਿਹੜਾ ਇੱਕ ਤੁਹਾਡਾ ਟੈਸਟ ਜਿਹੜਾ ਹੋਏਗਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਰੇ ਬੱਚਿਆਂ ਨੇ ਬੜੇ ਹੀ ਧਿਆਨ ਦੇ ਨਾਲ ਆਪਣੇ ਜਿਹੜਾ 20 ਮਾਰਕਸ ਦਾ ਅप्रैल ਮਈ ਦਾ ਸਿਲੇਬਸ ਜਿਹੜਾ ਉਹ ਤਿਆਰ ਕਰਨਾ ਹੈ, ਤਾਂ ਜੋ ਇਸ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਜਿਹੜੇ ਨੰਬਰ ਆ ਉਹ ਲੈ ਸਕੋ। ਕਿਉਂਕਿ ਜੋ ਸਮਾਂ ਚੱਲ ਰਿਹਾ ਹੈ ਮਹਾਮਾਰੀ ਦੇ ਕਾਰਨ, ਕਰੋਨਾ ਦੇ ਕਰਕੇ, ਤੁਹਾਡਾ ਜਿਹੜਾ ਰਿਜ਼ਲਟ ਹੈ ਇਹਨਾਂ ਦੇ ਨੰਬਰਾਂ ਦੇ ਬੇਸ ਤੇ ਹੀ ਹੋ ਸਕਦਾ ਬਣੇ। ਇਸ ਲਈ ਧਿਆਨ ਨਾਲ ਆਪਣੀ ਪੜ੍ਹਾਈ ਵੱਲ ਜਿਹੜਾ ਧਿਆਨ ਦੇਣਾ ਹੈ। ਟੈਸਟ ਵਿੱਚ ਕੀ ਹੈ ਤੁਹਾਡੇ ਕੋਲ 2 ਨੰਬਰ ਦੇ ਸਵਾਲ, 1 ਨੰਬਰ ਦੇ ਸਵਾਲ ਆਣਗੇ, 2 ਨੰਬਰ ਦੇ ਸਵਾਲ ਆਣਗੇ, ਫਿਰ ਤੁਹਾਡੇ ਕੋਲ 4 ਨੰਬਰ ਦੇ ਜਿਹੜੇ ਸਵਾਲ ਆਣਗੇ। ਇਹ ਸਵਾਲ ਕਿੰਨੇ ਆਣਗੇ 8, 2 ਨੰਬਰ ਦੇ ਸਵਾਲ ਆਣਗੇ ਤੁਹਾਡੇ ਕੋਲ 2, ਇਹ ਸਵਾਲ ਆਣਗੇ ਤੁਹਾਡੇ ਕੋਲ 2। देखो ये बन गए ਤੁਹਾਡੇ ਕੋਲ 8 नंबर, ये ਸਾਡੇ ਕੋਲ बन गए 4 नंबर ਤੇ ਇਹ ਸਾਡੇ ਕੋਲ ਫਿਰ 8 बन गए। 8 4 12 ਤੇ 8 20। ਇਸ ਤਰ੍ਹਾਂ ਜਿਹੜਾ ਸਾਡਾ ਪੈਟਰਨ ਜਿਹੜਾ ਉਹ ਹੋਵੇਗਾ, ਜਿਸ ਵਿੱਚ ਸਾਡੇ ਕੋਲ ਕੀ ਹੈ ਸਿਲੇਬਸ ਕੀ ਹੋਏਗਾ। ਅਧਿਆਇ ਸਾਡਾ ਫਸਟ ਹੋਏਗਾ, ਫਿਰ ਸਾਡਾ ਅਧਿਆਇ ਹੈ ਸੈਕੰਡ, ਫਿਰ ਅਧਿਆਇ ਥਰਡ ਤੇ ਫਿਰ ਸਾਡਾ ਅਧਿਆਇ 15। ਇਹ 4 ਅਧਿਆਇ ਹਨ ਤੇ ਅੱਜ ਸਭ ਤੋਂ ਪਹਿਲਾਂ अध्याय 1 ਦੇ ਵਿੱਚ ਦੇਖਾਂਗੇ ਸਾਡੇ ਕੋਲ ਕਿਸ ਤਰ੍ਹਾਂ ਦੇ ਜਿਹੜੇ ਸਵਾਲ 1 ਨੰਬਰ ਵਿੱਚ ਆ ਸਕਦੇ ਹਨ, 2 ਨੰਬਰ ਦੇ ਵਿੱਚ ਤੇ 4 ਨੰਬਰ ਦੇ ਵਿੱਚ ਆ ਸਕਦੇ ਹਨ, ਤੇ ਉਸ ਤਰ੍ਹਾਂ ਦੇ ਮਿਲਦੇ ਜੁਲਦੇ ਸਵਾਲ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ। ਸੋ ਇਸ ਲਈ ਸ਼ੁਰੂ ਕਰਦੇ ਹਾਂ ਆਪਾਂ ਅਧਿਆਇ 1। ਅਧਿਆਇ 1 ਜੋ ਹੈ ਸਾਡਾ ਵਾਸਤਵਿਕ ਸੰਖਿਆਵਾਂ। ਵਾਸਤਵਿਕ संख्यावां गल करी तो की कहते हैं इसनूं रियल नंबर्स। रियल नंबर्स तो सब तो पहला आप रियल नंबर की गल करिए। रियल नंबर्स की होंदे हैं साडे कोल, इसी साडे को n मतलब कि प्राकृतिक संख्यावां नैचुरल नंबर्स प्लस होल नंबर्स पूर्ण संख्यावां प्लस इंटीजर्स संपूर्ण संख्यावां, ये साडे को की होंदे हैं नेगेटिव ते पॉजिटिव। फिर साडे को आ गया प्लस परमेय संख्यावां क्यों, फिर साडे को आ गया अपरमेय संख्यावां रेशनल नंबर्स, इरेशनल नंबर्स, ਤੇ ਇਹਨਾਂ ਦੇ ਗਰੁੱਪ ਨੂੰ ਜਿਹੜਾ ਇਹ ਸਾਰਿਆਂ ਨੂੰ ਕੀ ਬੋਲਦੇ ਆ ਰੀਅਲ ਨੰਬਰ ਜਿਹੜਾ ਅਸੀਂ ਬੋਲਦੇ ਹਾਂ। ਸੋ ਸਵਾਲ ਨੰਬਰ ਪਹਿਲਾ ਹੈ ਸਾਡੇ ਕੋਲ ਕੁਐਸਚਨ ਫਸਟ, ਇਹ ਸਾਡੇ ਕੋਲ ਪਹਿਲਾਂ 1 ਨੰਬਰ ਦੇ ਸਵਾਲ ਆਉਣਗੇ ਸਾਡੇ ਕੋਲ 1 ਮਾਰਕਸ। ਹਰ ਇੱਕ ਭਾਗ ਸੰਖਿਆ ਨੂੰ ਭਾਗ ਸੰਖਿਆ ਦੀਆਂ ਘਾਤਾਂ ਦੇ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਦੇਖੋ सवाल ਜਿਹੜੇ ਤੁਹਾਨੂੰ ਕੀ ਆ ਨਾਲ ਦਿਖ ਰਿਹਾ ਹੈ, ਪਹਿਲਾ ਸਵਾਲ ਕੀ ਹੈ ਕਿ ਭਾਗ ਸੰਖਿਆ ਨੂੰ ਭਾਗ ਸੰਖਿਆ ਦੀਆਂ ਘਾਤਾਂ ਦੇ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਦੇਖੋ ਪਹਿਲਾ ਆਇਆ ਸਾਡੇ ਕੋਲ ਭਾਗ ਸੰਖਿਆ, ਆਪਾਂ ਨਾਲੇ ਨਾਲ ਸ਼ਬਦਾਂ ਬਾਰੇ ਵੀ ਜਾਣਦੇ ਰਹਿਣਾ ਹੈ। ਫਿਰ ਹੈ ਸਾਡੇ ਕੋਲ ਭਾਗ ਸੰਖਿਆ, एक है ਸਾਡੇ ਕੋਲ ਕੰਪੋਜ਼ਿਟ ਨੰਬਰ, ਇਹ ਸਾਡੇ ਕੋਲ ਹੈ ਪ੍ਰਾइम ਨੰਬਰ। ਹੁਣ ਪ੍ਰਾइम ਨੰਬਰ ਕਿਹੜੇ ਹੁੰਦੇ ਨੇ, ਉਹ ਨੰਬਰ ਜੋ ਭਾਗ ਸੰਖਿਆ ਜਿਹੜੀਆਂ ਕਿਸੇ ਵੀ ਪਹਾੜੇ ਦੇ ਵਿੱਚ ਨਹੀਂ ਆਉਂਦੀਆਂ, ਜਿਹੜੇ ਆਪਣੇ ਹੀ ਟੇਬਲ ਦੇ ਵਿੱਚ ਆਉਂਦੀਆਂ ਹਨ। ਇਹਨਾਂ ਦੇ ਸਿਰਫ 2 ਫੈਕਟਰ ਹੁੰਦੇ ਹਨ, ਓਨਲੀ 2 ਫੈਕਟਰਸ, 2 ਗੁਣਨਖੰਡ। एक ਤਾਂ ਸੰਖਿਆ ਆਪ, ਦੂਜਾ 1। ਠੀਕ ਹੈ, ਪਹਿਲੇ ਗੱਲ ਕਰਦੇ ਹਾਂ ਸਾਡੇ ਕੋਲ ਸਭ ਤੋਂ ਪਹਿਲੀ ਜਿਹੜੀ ਪ੍ਰਾइम ਨੰਬਰ ਹੈ ਉਹ ਜਿਸਤ ਹੁੰਦਾ ਹੈ 2। ਪਹਿਲਾ ਜਿਹੜਾ ਭਾਗ ਸੰਖਿਆ ਸਾਡੇ ਕੋਲ 2 ਹੈ ਜੋ ਜਿਸਤ ਹੈ, ਹੋਰ ਕੋਈ ਵੀ ਜਿਸਤ ਸੰਖਿਆ ਜਿਹੜੀ ਸਾਡੇ ਕੋਲ ਭਾਗ ਸੰਖਿਆ ਜਿਹੜੀ ਨਹੀਂ ਹੈ। 2 3 5 7 11 13 इस तरह अगे तो अगे देखो इन्हें सिर्फ 2 ही गुणनखंड बनते हैं। 2 किस तरह बनूंगा 2 एकम 2, 3 3 एकम 3,
5 एकम 5, 7 एकम 7, 11 एकम 11, 13 एकम 13। होर किसी भी तरह जो साडे कोल 13 जो संख्यावां जिहड़ियां साडे कोल इस तरह नहीं पढ़नियां। इसलिए हुण सवाल की कंपोजिट नंबर भाग संख्यावां साडे कोल मिल के जिहड़ियां हो संख्यावां दे नाल वंडियां जांदियां हन। हुण की सीगा कि भाग संख्या नूं भाग संख्या दीयां घातां दे रूप विच दर्शाया जा सकदा है। हुण असीं एक भाग संख्या लै लैंदे हां, मान लो असीं लैंदे हां 12, भाग संख्या 12। हुण इसनूं दर्शाउणा है कि भाग संख्या इन्हां संख्यावां दे रूप दे विच दर्शाउणा है घातां दे रूप विच। किस तरह दर्शाते हैं? 12 नूं असीं 2 छिके 12, 2 तीए 6, 3 एकम 3। देखो इधर की है साडे कोल भाग संख्यावां, ये साडे कोल मैथड भी की है साडा अभाज गुणनखंड विधि, प्राइम फैक्टर मैथड जिहड़ा असीं मैथड बोलते हैं। सो 12 नूं असीं लिख सकते हैं 2 गुणा 2 गुणा 3, मतलब कि 2 की घात 2 गुणा 1। इसलिए जो पहला सवाल जो साडे कोल की हो जाता है सही। भाग संख्यावां नूं अभाज संख्यावां दियां घातां विच दर्शाया जा सकता है। क्लियर? फिर साडे कोल सवाल नंबर 2 आंदा इस तरह, जो साडे कोल वर्गमूल 5 एक अपरमेय संख्या है, अपरमेय संख्या है। हुण एक गल दा ध्यान रखना है तुसीं, वो ध्यान की है आपां लिख लैंदे नाल, हरेक अभाज संख्या दा वर्गमूल अपरमेय होवेगा, अपरमेय होवेगा। हुण गल करनी असीं अपरमेय संख्या दी। चलो इसनूं अगले सवाल च देखते हैं। परमेय नूं आपां सब तो पहलां जो परमेय ते अपरमेय इकट्ठा गल करांगे। हुण वर्गमूल 5 है, इस तरह वर्गमूल 2, वर्गमूल 3। देखो आप लिखे ना भाग संख्या, इन्हां सारियां दा वर्गमूल असीं कर दईए तां इह सारियां संख्यावां साडे कोल की बण जाणगीआं, एक अपरमेय संख्यावां जिहड़ियां बनणगीआं। सो ध्यान रखना है, कोई भी भाग संख्या का वर्गमूल लगा होया है तो साडे कोल संख्या की होएगी? अपरमेय संख्या होवेगी। क्लीयर? फिर चलते हैं असीं अपने सवाल नंबर 3 वाल। सवाल नंबर 3, क्वेश्चन 3, 1 वर्गमूल 2, 1/√2 एक परमेय संख्या है। देखो हुण अपने को आ जाता है, एक साइड ते परमेय च सवाल पिया है तो दूसरे पासे तुहाडे कोल सवाल है वो पिया है परमेय दे विच सवाल पिया है। हुण जे असीं गल करदे हां परमेय दे परमेय दी, परमेय अते अपरमेय, रेशनल इरेशनल, ये साडे कोल डेफिनेशन होंदी है P/Q की फॉर्म च होंदा है, मतलब कि बटे की फॉर्म च होंदा है। ऊपर वाला सानू पता है नोमीनेटर, नोमीनेटर, नीचे वाला सानू पता है डिनोमीनेटर, अंश अते हार। सो इस दे विच की है साडे कोल Q आ वो नॉट इक्वल टू 0 होना चाहिए है। Q जिहड़ा आ मतलब जिहड़ा हार है जां डिनोमीनेटर है वो जिहड़ा 0 के बराबर नहीं होना चाहिए। तो इसलिए कोई भी संख्या साडी को देखो ऊपर चलते हैं, प्राकृतिक संख्या, पूर्ण संख्या, संपूर्ण संख्या, परमेय संख्या। हुण P की गल करिए, परमेय संख्या है, इहदे विच किहड़ियां संख्या आ गईयां साडे को N + W + I। ठीक है, प्राकृतिक, पूर्ण ते संपूर्ण संख्यावां दे ग्रुप नूं असीं कह दिंदे हां परमेय संख्या जिहड़ा बोलदे हां। इस तरह साडे को इस साइड ते अपरमेय संख्या
इसनूं असीं P वटा Q की फॉर्म विच नहीं लिख सकते। ठीक है, मतलब कि जे असीं लिखते हैं इधर लिखो, असीं लिखा मानते हैं 1 वटा असीं 0 लिख लिया, पर ये संख्या कि जिहदे Q जिहड़ा नीचे वाली संख्या 0 नहीं हुंदी। हुण इहदा आंसर की बनेगा इनफिनिटी, साडे को अनंत। मतलब कि इहदा जिहड़ा आंसर है ना साडे को, इहनूं डिवाइड करते हैं 1 0 0 एकम 0, 1 आ गया 0 एकम 0, फिर 1 बच गया 0 एकम 0। देखो जिहड़ा आंसर है साडे को ओहदा उपर आ रहा है वो 1 1 1 इस तरह ही आई जा रहा है। सो एक ही होगा साडे को एक अपरमेय संख्या। तो देखो एक एक की गल करते हैं, एक साडे को की है एक परमेय संख्या, क्योंकि एक तो सारे का गुणनखंड है। ठीक है, एक नूं इस तरह भी लिख सकते, एक नूं इस तरह भी लिख सकते हैं, 1 वटा 1 भी लिख सकते हैं। ठीक है, इस फॉर्म दे विच साडे को तां भी एक ही आएगा। पर जो एक दे नाल डिवाइड हो गई एक अपरमेय संख्या 2 वर्गमूल 2, तो ये की बन गई एक अपरमेय संख्या जिहड़ी बन जाती है। इसलिए इसका साडे को जिहड़ा जवाब की हो जाएगा सवाल का थर्ड का की हो जाएगा गलत, ये साडे को फॉल्स या रॉन्ग जिहड़ा आ जाएगा। फिर इस तरह सवाल नंबर आता है साडे को क्वेश्चन 4, जिसमें साडे कोल की है 3 वर्गमूल 5 गुणा 2 वर्गमूल 5 एक अपरिमेय संख्या है। सो किस तरह एक अपरिमेय संख्या है कि प्रमेय देखते हैं की आता है साडे कोल। हुण इह गुणा च पिया साडे को। हुण देखो 3 साडे को जिहड़ा कल्ला 3 की गल करिए, कल्ले 2 की गल करिए, ये साडे को की है कि प्रमेय संख्या, क्योंकि 3 नूं 1 वटा 1 लिख सकते हैं, 2 नूं 2 वटा 1, ये 3 आ जाएगा साडे को, 1 आ जाएगा 2। क्लीयर। पर हुण साडे को नाल गुणा दे विच की है एक अपरिमेय संख्या जिहड़ी गुणा दे विच पई है। हुण इन्हां नूं सब तो पहला असीं गुणा करांगे। देखो 3 गुणा 2 वर्गमूल 5 साडे को कितनी बार दिता है 2 बार, इसकी घात कितनी बन जाती है 2। ये आ गया 3 गुणा 2 वर्गमूल 5 का जिहड़ा वर्गमूल 2 दे नाल कट्टिया गया, क्योंकि वर्गमूल का मतलब की हुंदा है, इसका मतलब साडे को हुंदा है 1 वटा 2। देखो 1 वटा 2 गुणा फिर साडे को 2 पिया सी, 2 नाल 2 कट्टिया गया, साडे को रह जाएगा कल्ला 5। ये रहेगा साडे को 5, 3 दूनी 6, 6 पंजा 30। ਹੁਣ 30 ਜਿਹੜਾ ਹੈ 30 ਨੂੰ ਅਸੀਂ ਦੇਖੋ 30 ਵਟਾ 1 ਲਿਖ ਸਕਦੇ ਨਾ, P ਵਟਾ Q ਦੀ ਫਾਰਮ 'ਚ ਲਿਖ ਸਕਦੇ ਆ, ਤੇ ਜਿਹੜਾ Q ਆ ਨੀਚੇ 1 ਹੈ, ਕੋਈ ਫਰਕ ਨਹੀਂ ਪਏਗਾ 1 ਲੈਣ ਨਾਲ। ਸੋ ਨੋਟ ਇਕੁਅਲ ਟੂ 0 ਹੈ, ਇਸ ਲਈ ਇਹ ਕੀ ਸਾਡੇ ਕੋ ਆ ਗਿਆ ਗਲਤ। ਠੀਕ ਹੈ, ਇਹ ਗਲਤ ਹੋ ਗਿਆ, ਤੇ ਇਹ ਇੱਕ ਪਰਮੇय ਸੰख्या नहीं है, ਇਹ ਕੀ ਹੈ ਇੱਕ ਪਰਮੇय संख्या ਜਿਹੜਾ 30 ਸਾਡੇ ਕੋ ਸੋਲਵ ਕਰਨ ਤੋਂ ਬਾਅਦ ਆਇਆ ਹੈ, ਉਹ ਪਰਮੇय संख्या आई है। फिर ਸਾਡੇ ਕੋ सवाल नंबर आता है 5, 35 वटा 40 दा दशमलव प्रसार डैश है। हुण दशमलव प्रसार जिहड़ा साडे को की है वो असीं दसना है कि जवाब जो दिता है साडे को शांत है जां अशांत है। हुण शांत की गल करिए तो साडे को आ गया टर्मीनेटिंग, टर्मीनेटिंग, ते इसकी गल करिए साडे को आ जाएगा नॉन टर्मीनेटिंग। और टर्मीनेट का मतलब होता कोई चीज़ खत्म हो गई, नॉन टर्मीनेट का मतलब कोई चीज़ खत्म नहीं हुई। 1 वटा 2 लेंगे असीं, 1 वटा 2 लिया, इसनूं असीं डिवाइड करते हैं, 1 विच रखा 2 बाहर। देखो 1 या 2 के पढ़ च नहीं आता, 0 ले पॉइंट लग गया 0 पॉइंट, 2 पंजे 10। देखो डिवाइड खत्म हो गई ना, साडे को नीचे रिमाइंडर की बचा 0। फिर असीं लेंदे 1 वटा 3, ये की आंदा साडे को 1 3, 1 नहीं आता 3 दे पढ़ 0 ले 0 पॉइंट 3 33 आ गया साडे को 9। फिर साडे को 1 बचा, फिर 0 लगेगी नाल 33 9, फिर 1 बचा, फिर 0 33 9। हुण ये जिहड़ा आंसर है देखो 1 1 जिहड़ा रिमाइंडर साडे को बच रहा है। सो आर जां साडे को जिहड़ा बाकी आ वो 1 बच रहा है, ते आंसर विच की साडे को 3 3 इस तरह चल रहा है। ਇਹਦਾ टर्मीनेट हो गया, आंसर खत्म, रिमाइंडर 0। सो वैन रिमाइंडर 0, जो बाकी जिहड़ा साडे को 0 आ जाएगा तो वह की हो जाएगा साडे को टर्मीनेट। जो बाकी 0 नहीं आता साडे को अगे तो अगे चल रहा है कुछ भी, तो वह साडे को की है नॉन टर्मीनेटिंग। इसलिए 35 वटा 40 हुण देखते हैं साडे को की बनता है। हुण 35 वटा 40 एक तो असीं इसनूं डिवाइड करके चैक कर सकते हैं, दूसरा की है वो मैथड देखते हैं।
ਹੁਣ ਸਾਨੂੰ ਪਤਾ ਹੈ ਕਿ ਇਹ ਸੰਖਿਆ ਨੂੰ ਇੱਕ p ਵਟਾ q ਦੀ ਫਾਰਮ ਦੇ ਵਿੱਚ ਹੈ, p ਵਟਾ q ਦੇ ਵਿੱਚ। ਹੁਣ q ਜਿਹੜਾ ਹੁੰਦਾ ਹੈ ਇਹ 10 ਦੀ ਘਾਤ ਵਿੱਚ ਹੋਵੇ ਤਾਂ ਪਰਮੇय ਹੋਵੇਗਾ। ਕੀ ਹੋਵੇਗਾ? ਪਰਮੇय ਹੋਵੇਗਾ। 10 ਦੀ ਘਾਤ ਮੰਨ ਲਈਏ ਇਸ ਤਰ੍ਹਾਂ, ਮਤਲਬ ਕਿ 10 ਦੇ ਗੁਣਨਖੰਡ ਕਿੰਨੇ ਸਾਡੇ ਕੋਲ 2 ਗੁਣਾ 5, ਮਤਲਬ ਕਿ 2 ਗੁਣਾ 5 ਦੀ ਘਾਤ ਦੇ ਵਿੱਚ ਵੀ ਹੋਵੇ ਤਾਂ ਸਾਡੇ ਕੋਲ ਕੀ ਹੋਏਗਾ? ਪਰਮੇय ਹੋਵੇਗਾ। ਸੋ ਪਹਿਲੀ ਗੱਲ ਕੀ ਆ p q, ਇਹ ਸਿਰਫ ਸਮਝਣ ਲਈ ਹੈ। ਤੁਸੀਂ ਇੱਕ ਇਸ ਸਾਰਾ ਸਮਝਾਉਣ ਤੋਂ ਬਾਅਦ ਇੱਕ ਆਈਡੀਆ ਦੇ ਨਾਲ ਜਿਹੜਾ ਕਿ ਇਸ ਸਵਾਲਾਂ ਦੇ ਜਵਾਬ ਜਿਹੜੇ ਉਹ ਦੇ ਦੇਣੇ ਹਨ। p q ਇਹ ਕੀ ਹੁੰਦੀਆਂ ਹਨ? ਸਾਡੇ ਕੋਲ ਸੰਪੂਰਨ ਸੰਖਿਆਵਾਂ, ਨੈਗੇਟਿਵ ਤੇ ਪੋਜ਼ਿਟਿਵ ਜਿਹੜੀਆਂ ਵੈਲਿਊ ਸਾਡੇ ਕੋਲ ਹੁੰਦੀਆਂ ਹਨ, ਤੇ ਸਾਡੇ ਕੋਲ 0 ਵੀ ਆਉਂਦਾ ਹੈ। ਹੁਣ ਇਹ ਹੋ ਗਿਆ ਸਾਡੇ ਕੋਲ p, ਜਿਹੜਾ q ਹੁੰਦਾ ਹੈ, q ਨੂੰ ਜਿਹੜਾ ਹੋ ਸਕਦਾ ਸਾਡੇ ਕੋਲ 2 ਗੁਣਾ 5 ਦੀ ਜਿਹੜੀ ਨੀਚੇ ਜਿਹੜੀ ਘਾਤ ਬਣ ਸਕਦੀ ਹੈ। ਇੱਥੇ n ਹੋ ਗਿਆ ਤੇ ਇੱਧਰ ਸਾਡੇ ਕੋਲ m ਹੋਵੇਗਾ। ਕਲੀਅਰ? ਤੇ n ਅਤੇ m ਨॉन ਨੈਗੇਟਿਵ ਇੰਟੀਜ਼ਰ ਹੋਣਗੇ, ਮਤਲਬ ਕਿ ਇਹ ਸੰਖਿਆਵਾਂ ਜਿਹੜੀ n ਤੇ m ਘਾਤ ਵਿੱਚ ਹੋਣਗੀਆਂ ਇਹ ਸਾਡੇ ਕੋਲ ਪਲੱਸ ਦੇ ਵਿੱਚ ਹੋਣਗੀਆਂ। ਠੀਕ ਹੈ, ਜਿਹੜੀ ਇਹ ਪਲੱਸ ਵਿੱਚ ਹੋਣਗੀਆਂ, ਮਾਈਨਸ ਦੇ ਵਿੱਚ ਜਿਹੜੀਆਂ ਕਿ ਸਾਡੇ ਕੋਲ ਨਹੀਂ ਹੋਣਗੀਆਂ। ਹੁਣ 140 ਦੇ ਅਸੀਂ ਜਿਹੜੇ ਅਭਾਜ ਗੁਣਨਖੰਡ ਵੇਖਦੇ ਹਾਂ ਕੀ ਆਉਂਦੇ ਹਨ। 40 2 ਜਿਸ ਸੰਖਿਆ 2 ਨੇ ਵੰਡਾਂਗੇ 2 ਦੂਣੀ 4 0, 2 ਨਾਲ ਫਿਰ ਕੀਤਾ 10 ਆ ਗਿਆ, 2 ਦੇ ਨਾਲ ਫਿਰ ਕੀਤਾ ਸਾਡੇ ਕੋਲ 5 ਆ ਗਿਆ, ਫਿਰ 5 ਨਾਲ ਵੰਡਿਆ 1 ਆ ਗਿਆ। ਹੁਣ 35 ਵਟਾ ਅਸੀਂ ਕੀ ਲਿਖ ਸਕਦੇ ਹਾਂ? 2 ਦੀ ਘਾਤ 3 ਗੁਣਾ 5 ਦੀ ਘਾਤ 1। ਦੇਖੋ ਲਿਖਿਆ ਗਿਆ ਨਾ ਇਸ ਫਾਰਮ ਦੇ ਵਿੱਚ ਸਾਡੇ ਕੋਲ, ਇਸ ਫਾਰਮ ਦੇ ਵਿੱਚ 2 ਦੀ ਘਾਤ ਤੇ 5 ਦੀ ਘਾਤ ਦੇ ਵਿੱਚ, ਇਸ ਲਈ ਇਹ ਕੀ ਹੈ ਸਾਡੇ ਕੋਲ? ਇੱਕ ਸ਼ਾਂਤ, ਇੱਥੇ ਕੀ ਆ ਜਾਏਗਾ ਸਾਡੇ ਕੋਲ? ਸ਼ਾਂਤ ਵਿਅਕਤੀ ਜਿਹੜੀ ਇਸਦੀ ਆ ਜਾਏਗੀ। ਜੇਕਰ ਇੱਥੇ ਕੋਈ ਵੀ ਹੋਰ ਸੰਖਿਆ ਆ ਜਾਏ, ਧਿਆਨ ਦੇਣਾ ਹੈ, ਕੋਈ ਵੀ ਹੋਰ ਸੰਖਿਆ ਆ ਜਾਂਦੀ ਨਾਲ 2 ਤੇ 5 ਤੋਂ ਇਲਾਵਾ, ਤਾਂ ਇਸ ਨੇ ਕੀ ਬਣ ਜਾਣਾ ਸੀ? ਅਸ਼ਾਂਤ ਵਿਅਕਤੀ। ਧਿਆਨ ਦੇਣਾ ਹੈ ਕਿ ਇਹਦਾ ਨੀਚੇ ਸਾਡੇ ਕੋਲ p ਤਾਂ ਹੋ ਹੀ ਗਿਆ, ਸਾਡੇ ਕੋਲ q ਨੀਚੇ ਕਹਿਣਾ ਜਾਂ 2 ਕੱਲਾ 2 ਆ ਜੇ, ਜਾਂ p ਵਟਾ 5 m ਆ ਜੇ, ਇਹ ਆ ਜੇ, ਜਾਂ p 2n ਗੁਣਾ 5 m। ਆ ਤਿੰਨ ਹੀ ਫਾਰਮ ਜਦੋਂ ਆ ਸਕਦੀਆਂ ਸਾਡੇ ਕੋਲ, ਕੱਲਾ 2 ਵੀ ਹੋ ਸਕਦਾ, 5 ਵੀ ਹੋ ਸਕਦਾ, 2 ਤੇ 5 ਦੋਨੇ ਇਕੱਠੇ ਵੀ ਹੋ ਸਕਦੇ ਆ, ਤਾਂ ਸਾਡੇ ਕੋਲ ਵਿਅਕਤੀ ਸ਼ਾਂਤ ਹੋਵੇਗੀ। ਅਗਰ ਇਹਨਾਂ ਤੋਂ ਇਲਾਵਾ ਕੋਈ ਵੀ ਸੰਖਿਆ ਇਹਨਾਂ ਦੇ ਨਾਲ ਹੋਰ ਆ ਜਾਂਦੀ ਹੈ ਘਾਤ ਦੇ ਵਿੱਚ, ਤਾਂ ਸਾਡੇ ਕੋਲ ਅਸ਼ਾਂਤ ਵਿਅਕਤੀ ਜਿਹੜੀ ਉਹ ਬਣ ਜੇਗੀ।